प्यारे विद्यार्थियों गुड मॉर्निंग। ਸਕੋਲੈਸਟਿਕ ਐਪਟੀਟਿਊਡ ਟੈਸਟ ਦੇ ਅਧੀਨ ਅਸੀਂ ਅੱਜ ਜੀਓਗ੍ਰਾਫੀ ਭਾਵ ਭੂਗੋਲ ਦੇ ਸਵਾਲ ਕਰਾਂਗੇ। ਪਹਿਲਾ ਸਵਾਲ ਦੇਖਦੇ ਹਾਂ। ਲੌਂਗੈਸਟ ਰਿਵਰ ਇਨ ਦਾ ਵਰਲਡ ਇਜ਼, ਦੁਨੀਆ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ ਪੁੱਤ? ਆਪਸ਼ਨ ਏ ਇੰਡਸ, ਬੀ ਨੀਲ, ਸੀ ਬ੍ਰਹਮਪੁੱਤਰ, ਡੀ ਗੰਗਾ। ਤਾਂ ਪਿਆਰੇ ਵਿਦਿਆਰਥੀਓ ਦੁਨੀਆ ਦੀ ਸਭ ਤੋਂ ਵੱਡੀ ਔਰ ਲੰਬੀ ਨਦੀ ਹੈ ਨੀਲ ਨਦੀ। बी इज़ द राइट आंसर। प्रश्न नंबर 2, लॉन्गेस्ट रिवर ऑफ द हिमालय। पहला पुੱਤ ਪੁੱਛਿਆ ਸੀ ਸੰਸਾਰ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ। ਹੁਣ ਪੁੱਛਿਆ ਜਾ ਰਿਹਾ ਲੌਂਗੈਸਟ ਰਿਵਰ ਆਫ ਦ ਹਿਮਾਲਿਆ। ਹਿਮਾਲਿਆ ਤੋਂ ਨਿਕਲਣ ਵਾਲੀ ਸਭ ਤੋਂ ਲੰਬੀ ਨਦੀ ਕਿਹੜੀ ਹੈ? ਆਪਸ਼ਨ ਏ ਜੇਹਲਮ, ਬੀ ਇੰਡਸ, ਸੀ ਚਨਾਬ, ਡੀ ਬ੍ਰਹਮਪੁੱਤਰ। ਤਾਂ ਪਿਆਰੇ ਵਿਦਿਆਰਥੀਓ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਡੀ ਬ੍ਰਹਮਪੁੱਤਰ। ਹਿਮਾਲਿਆ ਤੋਂ ਨਿਕਲਣ ਵਾਲੀ ਸਭ ਤੋਂ ਲੰਬੀ ਨਦੀ ਹੈ ਬ੍ਰਹਮਪੁੱਤਰ। ਪ੍ਰਸ਼ਨ ਨੰਬਰ 3 ਦੇਖੋ, ਦ ਲੌਂਗੈਸਟ ਰਿਵਰ ਇਨ ਇੰਡੀਆ। ਹੁਣ ਪ੍ਰਸ਼ਨ ਤੀਜਾ ਦੇਖੋ ਪੁੱਤ, ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ? ਆਪਸ਼ਨ ਏ ਸਤਲੁਜ, ਬੀ ਇੰਡਸ, ਸੀ ਗੰਗਾ, ਡੀ ਬ੍ਰਹਮਪੁੱਤਰ। ਤਾਂ ਪਿਆਰੇ ਵਿਦਿਆਰਥੀਓ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਸੀ ਗੰਗਾ। ਪੁੱਤਰ ਧਿਆਨ ਨਾਲ ਸੁਣ ਲਓ, ਤਿੰਨੇ ਪ੍ਰਸ਼ਨ ਮੈਂ ਰਿਪੀਟ ਕਰਦਾ। ਸੰਸਾਰ ਦੀ ਸਭ ਤੋਂ ਲੰਬੀ ਨਦੀ ਹੈ ਨੀਲ ਨਦੀ। ਹਿਮਾਲਿਆ ਤੋਂ ਨਿਕਲਣ ਵਾਲੀ ਸਭ ਤੋਂ ਲੰਬੀ ਨਦੀ ਹੈ ਬ੍ਰਹਮਪੁੱਤਰ। ਤੀਜਾ ਪ੍ਰਸ਼ਨ ਹੈ ਭਾਰਤ ਦੀ ਸਭ ਤੋਂ ਲੰਬੀ ਨਦੀ। ਤਾਂ ਭਾਰਤ ਦੀ ਸਭ ਤੋਂ ਲੰਬੀ ਨਦੀ ਹੈ ਗੰਗਾ ਜੋ ਕਿ 2525 ਕਿਲੋਮੀਟਰ ਹੈ। ਭਾਵੇਂ ਕਿ ਬ੍ਰਹਮਪੁੱਤਰ ਹਿਮਾਲਿਆ ਤੋਂ ਨਿਕਲਦੀ ਹੈ ਸਭ ਤੋਂ ਲੰਬੀ ਨਦੀ ਹੈ, ਪਰ ਭਾਰਤ ਦੇ ਵਿੱਚ ਉਸ ਦੀ ਲੰਬਾਈ ਪੁੱਤ 916 ਕਿਲੋਮੀਟਰ ਹੈ। ਇਸ ਕਰਕੇ ਭਾਰਤ ਦੀ ਸਭ ਤੋਂ ਲੰਬੀ ਨਦੀ ਹੈ ਗੰਗਾ। ਸੀ ਇਜ਼ ਦਾ ਰਾਈਟ ਆਂਸਰ। ਪ੍ਰਸ਼ਨ ਨੰਬਰ 4, ਵਿਚ ਰਿਵਰ ਇਜ਼ ਨੋਨ ਐਜ਼ ਸੈਕਰਡ ਰਿਵਰ ਆਫ ਇੰਡੀਆ। ਭਾਰਤ ਦੀ ਕਿਹੜੀ ਨਦੀ ਪਵਿੱਤਰ ਨਦੀ ਵਜੋਂ ਜਾਣੀ ਜਾਂਦੀ ਹੈ? ਆਪਸ਼ਨ ਏ ਸਤਲੁਜ, ਬੀ ਗੰਗਾ, ਸੀ ਸਿੰਧ, ਡੀ ਬ੍ਰਹਮਪੁੱਤਰ। ਤਾਂ ਪਿਆਰੇ ਵਿਦਿਆਰਥੀਓ ਭਾਰਤ ਦੀ ਪਵਿੱਤਰ ਨਦੀ ਗੰਗਾ ਮੰਨੀ ਜਾਂਦੀ ਹੈ। ਬੀ ਇਜ਼ ਦਾ ਰਾਈਟ ਆਂਸਰ। ਪ੍ਰਸ਼ਨ ਨੰਬਰ 5, ਇਨ ਬੰਗਲਾਦੇਸ਼ ਗੰਗਾ ਰਿਵਰ ਇਜ਼ ਨੋਨ ਐਜ਼। ਬੰਗਲਾਦੇਸ਼ ਦੇ ਵਿੱਚ ਗੰਗਾ ਨਦੀ ਕਿਸ ਨਾਮ ਨਾਲ ਜਾਣੀ ਜਾਂਦੀ ਹੈ? ਆਪਸ਼ਨ ਏ ਸਤਲੁਜ, ਬੀ ਗੰਗਾ, ਸੀ ਪਦਮਾ, ਡੀ ਬ੍ਰਹਮਪੁੱਤਰ। ਤਾਂ ਪਿਆਰੇ ਵਿਦਿਆਰਥੀਓ ਬੰਗਲਾਦੇਸ਼ ਦੇ ਵਿੱਚ ਗੰਗਾ ਨਦੀ ਨੂੰ ਪਦਮਾ ਨਦੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਗਲਾ ਪ੍ਰਸ਼ਨ ਦੇਖੋ, ਵਿਚ ਆਫ ਦਾ ਫੋਲੋਇੰਗ ਰਿਵਰ ਇਜ਼ ਨੋਨ ਐਜ਼ ਦਕਸ਼ਿਣ ਗੰਗਾ। ਕਿਹੜੀ ਨਦੀ ਨੂੰ ਦੱਖਣ ਦੀ ਗੰਗਾ ਕਿਹਾ ਜਾਂਦਾ ਹੈ? ਆਪਸ਼ਨ ਏ ਕ੍ਰਿਸ਼ਨਾ, ਬੀ ਮਹਾਨਦੀ, ਸੀ ਗੋਦਾਵਰੀ, ਡੀ ਕਾਵੇਰੀ। ਤਾਂ ਪਿਆਰੇ ਵਿਦਿਆਰਥੀਓ ਗੋਦਾਵਰੀ ਨਦੀ ਨੂੰ ਦੱਖਣ ਦੀ ਗੰਗਾ ਦੇ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਬੁੱਢੀ ਗੰਗਾ ਵੀ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 7, ਦ ਕਾਵੇਰੀ ਰਿਵਰ ਓਰੀਜਿਨੇਟਸ ਇਨ ਵਿਚ ਸਟੇਟ ਆਫ ਇੰਡੀਆ। ਕਾਵੇਰੀ ਨਦੀ ਭਾਰਤ ਦੇ ਕਿਸ ਰਾਜ ਦੇ ਵਿੱਚ ਉਤਪੰਨ ਹੁੰਦੀ ਹੈ ਜਾਂ ਇਸ ਦਾ ਜਨਮ ਸਥਾਨ ਹੈ? ਆਪਸ਼ਨ ਏ ਤਾਮਿਲਨਾਡੂ, ਬੀ ਕੇਰਲਾ, ਸੀ ਕਰਨਾਟਕਾ, ਡੀ ਆਂਧਰਾ ਪ੍ਰਦੇਸ਼। ਤਾਂ ਪਿਆਰੇ ਵਿਦਿਆਰਥੀਓ ਕਾਵੇਰੀ ਨਦੀ ਦਾ ਜਨਮ ਸਥਾਨ ਕਰਨਾਟਕਾ ਦੇ ਵਿੱਚ ਹੈ। ਸੀ ਇਜ਼ ਦਾ ਰਾਈਟ ਆਂਸਰ। ਪ੍ਰਸ਼ਨ ਨੰਬਰ 8, ਇੰਦਰਾ ਸਾਗਰ ਡੈਮ ਲੋਕੇਟਡ ਇਨ ਮੱਧ ਪ੍ਰਦੇਸ਼ ਇਜ਼ ਬਿਲਟ ਔਨ ਵਿਚ ਆਫ ਦਾ ਫੋਲੋਇੰਗ ਰਿਵਰ। ਮੱਧ ਪ੍ਰਦੇਸ਼ ਦੇ ਵਿੱਚ ਸਥਿਤ ਇੰਦਰਾ ਗਾਂਧੀ ਸਾਗਰ ਡੈਮ ਕਿਸ ਨਦੀ ਦੇ ਉੱਤੇ ਬਣਿਆ ਹੋਇਆ ਹੈ? ਆਪਸ਼ਨ ਏ ਯਮੁਨਾ, ਬੀ ਚੰਬਲ, ਸੀ ਨਰਮਦਾ, ਡੀ ਕ੍ਰਿਸ਼ਨਾ। ਤਾਂ ਪਿਆਰੇ ਵਿਦਿਆਰਥੀਓ ਇੰਦਰਾ ਸਾਗਰ ਡੈਮ ਹੈ ਜੋ ਉਹ ਮੱਧ ਪ੍ਰਦੇਸ਼ ਦੇ ਵਿੱਚ ਨਰਮਦਾ ਨਦੀ ਦੇ ਉੱਤੇ ਬਣਾਇਆ ਗਿਆ ਹੈ। ਸੀ ਇਜ਼ ਦਾ ਰਾਈਟ ਆਂਸਰ। ਪ੍ਰਸ਼ਨ ਨੰਬਰ 9, ਐਟ ਵਿਚ ਪਲੇਸ ਡਜ਼ ਅਲਕਨੰਦਾ ਐਂਡ ਭਾਗੀਰਥੀ ਮੀਟ ਐਂਡ ਟੇਕ ਦਾ ਨੇਮ ਆਫ ਗੰਗਾ। ਅਲਕਨੰਦਾ ਅਤੇ ਭਾਗੀਰਥੀ ਨਦੀ ਕਿਸ ਸਥਾਨ 'ਤੇ ਮਿਲਦੇ ਹਨ ਜਿੱਥੇ ਗੰਗਾ ਨਦੀ ਦਾ ਜਨਮ ਸਥਾਨ ਹੈ? ਆਪਸ਼ਨ ਏ ਦੇਵ ਪ੍ਰਯਾਗ, ਬੀ ਇਲਾਹਾਬਾਦ, ਸੀ ਹਰਿਦੁਆਰ, ਡੀ ਰਿਸ਼ੀਕੇਸ਼। ਤਾਂ ਪਿਆਰੇ ਵਿਦਿਆਰਥੀਓ ਅਲਕਨੰਦਾ ਅਤੇ ਭਾਗੀਰਥੀ ਜਿਸ ਸਥਾਨ 'ਤੇ ਮਿਲਦੇ ਨੇ ਜਿੱਥੇ ਗੰਗਾ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ ਉਹ ਥਾਂ ਹੈ ਦੇਵ ਪ੍ਰਯਾਗ। ਏ ਇਜ਼ ਦਾ ਰਾਈਟ ਆਂਸਰ। ਪ੍ਰਸ਼ਨ ਨੰਬਰ 10, ਵਿਚ ਰਿਵਰ ਇਜ਼ ਆਲਸੋ ਨੋਨ ਐਜ਼ ਦਾ sorrow of Bihar due to its frequent flooding।
किस नदी ਨੂੰ ਬਿਹਾਰ ਦਾ ਦੁੱਖ ਕਰਕੇ ਜਾਣਿਆ ਜਾਂਦਾ ਹੈ ਜਿਸ ਕਰਕੇ ਹੜ੍ਹ ਦੀ ਸਥਿਤੀ ਹਮੇਸ਼ਾ ਬਣੀ ਰਹਿੰਦੀ ਹੈ? ਆਪਸ਼ਨ ਏ ਗੰਗਾ, ਬੀ ਬ੍ਰਹਮਪੁੱਤਰ, ਸੀ ਮਹਾਨਦੀ, ਡੀ ਕੋਸੀ ਨਦੀ। ਤਾਂ ਪਿਆਰੇ ਵਿਦਿਆਰਥੀਓ, ਕੋਸੀ ਨਦੀ ਨੂੰ ਬਿਹਾਰ ਦਾ ਦੁਖਾਂਤ ਜਾਂ ਸੌਰਵ ਬਿਹਾਰ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ। ਦ ਫਰਟਾਈਲ ਲੈਂਡ ਬਿਟਵੀਨ ਟੂ ਰਿਵਰਸ ਇਜ਼ ਕਾਲਡ। ਦੋ ਦਰਿਆਵਾਂ ਦੇ ਵਿਚਕਾਰ ਉਪਜਾਊ ਜ਼ਮੀਨ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਆਪਸ਼ਨ ਏ ਡਰੇਨੇਜ ਬੇਸਿਨ, ਬੀ ਵਾਟਰਸ਼ੈਡ, ਸੀ ਦੁਆਬ, ਡੀ ਲੋਲੈਂਡ ਔਰ ਤਰਾਈ ਦਾ ਪ੍ਰਦੇਸ਼। ਤਾਂ ਆਪਸ਼ਨ ਸੀ ਦੁਆਬ। ਦੋ ਦਰਿਆਵਾਂ ਦੇ ਵਿਚਕਾਰਲੇ ਉਪਜਾਊ ਖੇਤਰ ਨੂੰ ਦੁਆਬ ਦੇ ਨਾਲ ਜਾਣਿਆ ਜਾਂਦਾ ਹੈ। ਸੀ ਇਜ਼ ਦਾ ਰਾਈਟ ਆਂਸਰ। ਪ੍ਰਸ਼ਨ ਨੰਬਰ 12। ਦ ਰਿਵਰ ਬ੍ਰਹਮਪੁੱਤਰ ਇਜ਼ ਨੋਨ ਐਜ਼ ਡੈਸ਼ ਐਜ਼ ਇਟਸ ਐਂਟਰ ਇਨ ਅਰੁਣਾਚਲ ਪ੍ਰਦੇਸ਼। ਬ੍ਰਹਮਪੁੱਤਰ ਨਦੀ ਨੂੰ ਅਰੁਣਾਚਲ ਪ੍ਰਦੇਸ਼ ਦੇ ਵਿੱਚ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਆਪਸ਼ਨ ਏ ਦਿਵਾਂਗ, ਬੀ ਦਿਹਾਂਗ, ਸੀ ਸੁਬਨਸਿਰੀ, ਡੀ ਧਨਸਿਰੀ। ਤਾਂ ਪਿਆਰੇ ਵਿਦਿਆਰਥੀਓ, ਇਸ ਦਾ ਰਾਈਟ ਆਂਸਰ ਹੈ ਆਪਸ਼ਨ ਬੀ ਦਿਹਾਂਗ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਬ੍ਰਹਮਪੁੱਤਰ ਨੂੰ ਦਿਹਾਂਗ ਦੇ ਨਾਲ ਜਾਣਿਆ ਜਾਂਦਾ ਹੈ। ਬੀ ਇਜ਼ ਦਾ ਰਾਈਟ ਆਂਸਰ। ਪ੍ਰਸ਼ਨ ਨੰਬਰ 13। ਦ ਸਤਪੁੜਾ ਰੇਂਜ ਇਜ਼ ਸਿਚੁਏਟਡ ਬਿਟਵੀਨ ਟੂ ਵੈਸਟ ਫਲੋਇੰਗ ਰਿਵਰਸ ਦੇ ਆਰ। ਸਤਪੁੜਾ ਲੜੀ ਦੇ ਪੱਛਮ ਵੱਲ ਵਧੀਆਂ ਨਦੀਆਂ, ਦੋ ਨਦੀਆਂ ਦੇ ਵਿਚਕਾਰ ਸਥਿਤ ਹੈ। ਭਾਵ ਸਤਪੁੜਾ ਪਰਬਤ ਹੈ ਜੋ ਉਹ ਕਿਹਨਾਂ ਦੋ ਨਦੀਆਂ ਦੇ ਵਿਚਕਾਰ ਸਥਿਤ ਹੈ? ਆਪਸ਼ਨ ਏ ਨਰਮਦਾ ਤੇ ਲੂਣੀ ਨਦੀ, ਬੀ ਨਰਮਦਾ ਤੇ ਤਾਪੀ ਨਦੀ, ਸੀ ਤਾਪੀ ਤੇ ਮਾਹੀ ਨਦੀ, ਡੀ ਮਾਹੀ ਤੇ ਲੂਣੀ ਨਦੀ। ਤਾਂ ਪਿਆਰੇ ਵਿਦਿਆਰਥੀਓ, ਜੋ ਸਤਪੁੜਾ ਪਰਬਤ ਹੈ ਉਹ ਨਰਮਦਾ ਅਤੇ ਤਾਪਤੀ ਨਦੀਆਂ ਦੇ ਵਿਚਕਾਰ ਸਥਿਤ ਹੈ। ਬੀ ਇਜ਼ ਦਾ ਰਾਈਟ ਆਂਸਰ। ਪ੍ਰਸ਼ਨ ਨੰਬਰ 14। ਦ ਲਾਰਜੈਸਟ ਇਰੀਗੇਸ਼ਨ ਕਨਾਲ ਇਨ ਇੰਡੀਆ। ਭਾਰਤ ਵਿੱਚ ਸਭ ਤੋਂ ਵੱਡੀ ਸਿੰਚਾਈ ਨਹਿਰ ਕਿਹੜੀ ਹੈ? ਆਪਸ਼ਨ ਏ ਯਮੁਨਾ ਕੈਨਾਲ, ਬੀ ਇੰਦਰਾ ਗਾਂਧੀ ਕੈਨਾਲ, ਸੀ ਸਰਹਿੰਦ ਕੈਨਾਲ, ਬੀ ਅੱਪਰ ਬਾਰੀ ਦੁਆਬ ਕੈਨਾਲ। ਤਾਂ ਇਸ ਦਾ ਰਾਈਟ ਆਂਸਰ ਹੈ ਪੁੱਤ ਇੰਦਰਾ ਗਾਂਧੀ ਕੈਨਾਲ। ਇੰਦਰਾ ਗਾਂਧੀ ਕੈਨਾਲ ਭਾਰਤ ਵਿੱਚ ਲਾਰਜੈਸਟ ਇਰੀਗੇਸ਼ਨ ਵਜੋਂ ਜਾਣੀ ਜਾਂਦੀ ਹੈ। ਪ੍ਰਸ਼ਨ ਨੰਬਰ 15। ਮੇਨ ਰਿਵਰ ਫਲੋਇੰਗ ਇਨ ਦਾ ਸਟੇਟ ਆਫ ਜੰਮੂ ਐਂਡ ਕਸ਼ਮੀਰ ਇਜ਼। ਜੰਮੂ ਅਤੇ ਕਸ਼ਮੀਰ ਰਾਜ ਵਿੱਚ ਵਗਦੀ ਮੁੱਖ ਨਦੀ ਕਿਹੜੀ ਹੈ? ਆਪਸ਼ਨ ਏ ਜੇਹਲਮ, ਬੀ ਸਿੰਧ, ਸੀ ਚਨਾਬ, ਡੀ ਸਤਲੁਜ। ਤਾਂ ਪਿਆਰੇ ਵਿਦਿਆਰਥੀਓ, ਇਸ ਦਾ ਰਾਈਟ ਆਂਸਰ ਹੈ ਆਪਸ਼ਨ ਏ ਜੇਹਲਮ। ਜੰਮੂ ਕਸ਼ਮੀਰ ਦੀ ਮੁੱਖ ਨਦੀ ਜੇਹਲਮ ਹੈ। ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ। ਜੇਕਰ ਤੁਹਾਡੀ ਕੋਈ ਕੁਐਰੀ ਹੈ ਜਾਂ ਕੋਈ ਡਾਊਟ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਜ਼ਰੂਰ ਦਿਓ, ਮੈਂ ਉਸ 'ਤੇ ਤੁਹਾਨੂੰ ਰਿਪਲਾਈ ਦੇਵਾਂਗਾ। ਥੈਂਕ ਯੂ, ਹੈਵ ਅ ਨਾਈਸ ਡੇ।